ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੇ ਵਾਲਾ 'ਚ। ਜਿਵੇਂ ਕਿ ਤੁਸੀਂ ਥੰਬਨੇਲ 'ਚ ਦੇਖ ਹੀ ਰਿਹਾ ਹੈ ਕਿ ਅਸੀਂ ਤੁਹਾਨੂੰ ਇਹ 'ਚ ਪੰਜਾਬੀ ਲਿਟਰੇਚਰ ਦੇ ਜੋ ਵੀ ਇੰਪੋਰਟੈਂਟ ਕੁਐਸਚਨ ਨੇ, ਜੋ ਵੀ ਰਾਈਟਿੰਗ ਵਗੈਰਾ ਹੁੰਦੀਆਂ ਹਨ ਜਾਂ ਜੋ ਵੀ ਅਵਾਰਡ, ਜੋ ਵੀ ਰਾਈਟਰਾਂ ਨੂੰ ਅਵਾਰਡ ਮਿਲਦੇ ਹਨ, ਵਾਰ-ਵਾਰ ਰਿਪੀਟਡ ਕੁਐਸਚਨ ਹੁੰਦੇ ਹਨ, ਉਹਨਾਂ ਦੀ ਇਹ ਸੀਰੀਜ਼ ਹੈ। ਇੱਕ ਹੀ ਵੀਡੀਓ 'ਚ ਅਸੀਂ ਸਾਰਾ ਕਵਰ ਕਰ ਦੇਵਾਂਗੇ, ਤਾਂ ਦੇਖੋ ਇਹ ਵੀਡੀਓ। ਪੰਜਾਬੀ ਲਿਟਰੇਚਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਮਾਡਰਨ ਅਤੇ ਕਲਾਸਿਕ। ਕਲਾਸਿਕ 'ਚ ਆਪਣੇ ਬਾਬਾ ਫਰੀਦ ਜੀ, ਸ਼ਾਹ ਹੁਸੈਨ, ਬੁੱਲੇ ਸ਼ਾਹ ਹੋਏ ਆਦਿ ਕਵੀ ਆ ਜਾਂਦੇ ਹਨ। ਸਭ ਤੋਂ ਪਹਿਲਾਂ ਬਾਬਾ ਫਰੀਦ ਜੀ। ਬਾਬਾ ਫਰੀਦ ਜੀ ਕਲਾਸਿਕ ਲਿਟਰੇਚਰ ਦੇ ਬਹੁਤ ਹੀ ਮਸ਼ਹੂਰ ਕਵੀ ਹੋਏ ਹਨ। ਇਹਨਾਂ ਨੇ 112 ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਦੀਆਂ ਕਵਿਤਾਵਾਂ ਦੀ ਲੈਅ ਪਿਆਰ ਭਰੀਆਂ ਕਵਿਤਾਵਾਂ ਦੀ ਸੀ। ਇਸ ਤੋਂ ਬਾਅਦ ਸ਼ਾਹ ਹੁਸੈਨ ਇਹ ਵੀ ਬਹੁਤ ਹੀ ਉੱਘੇ ਕਵੀ ਹੋਏ ਹਨ। ਇਹਨਾਂ ਦੀਆਂ ਅੱਗੇ ਰਚਨਾਵਾਂ ਹਨ: ਅੱਗੇ ਨੈਣ ਢੋਂਗੀ, ਆਪ ਨੂੰ ਪਛਾਣ, ਅੱਖ ਨੀ ਮਾਂ ਅੱਖ, ਮਾਏ ਨੀ ਮੈਂ ਕਿਹਨੂੰ ਆਖਾਂ। ਇਸ ਤੋਂ ਬਾਅਦ ਅਗਲੇ ਰਾਈਟਰ ਹਨ ਬੁੱਲੇ ਸ਼ਾਹ। ਕਾਫੀਆ ਬੁੱਲੇ ਸ਼ਾਹ ਦੀਆਂ ਕਾਫੀ ਵਾਰੀ ਪੁੱਛੀਆਂ ਗਈਆਂ ਹਨ। ਆਈ ਵਾਰ ਰਿਪੀਟਡ ਕੁਐਸਚਨ ਜਾਂਦਾ ਬੁੱਲੇ ਸ਼ਾਹ ਦਾ, ਆਈ ਵਾਰ ਕੁਐਸਚਨ ਕਾਫੀਆਂ 'ਚੋਂ ਆਈ ਵਾਰ ਪੁੱਛਿਆ ਜਾਂਦਾ। ਇਸ ਤੋਂ ਇਲਾਵਾ ਬੁੱਲੇ ਸ਼ਾਹ ਜੀ ਦੀਆਂ ਹੋਰ ਵੀ ਕਈ ਰਚਨਾਵਾਂ ਹਨ, ਜਿਵੇਂ ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਬੁੱਲਾ ਕੀ ਜਾਣੇ ਮੈਂ ਕੌਣ, ਮੈਂ ਜਾਣਾ ਜੋਗੀ ਨਾਲ, ਨਵੀਆਂ ਬਹਾਰਾਂ, ਇੱਕ ਨੁਕਤੇ 'ਚ ਗੱਲ ਮੁੱਕਦੀ ਨਾਹੀਂ। ਇਸ ਤੋਂ ਇਲਾਵਾ ਹੋਰ ਵੀ ਕਵੀ ਹੋਏ ਹਨ, ਜਿਵੇਂ ਕਾਦਰ ਯਾਰ, ਦਮੋਦਰ ਹਾਸ਼ਮ ਸ਼ਾਹ, ਪੀਲੂ ਫੈਜ਼ਲ ਸ਼ਾਹ। ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਸਿੰਘ, ਦਮੋਦਰ ਦਾ ਹੀਰ ਰਾਂਝਾ। ਉਸ ਤੋਂ ਬਾਅਦ ਵਾਰਿਸ ਸ਼ਾਹ ਨੇ ਇਸ ਨੂੰ ਦੂਸਰੀ ਵਾਰ ਹੀਰ ਰਾਂਝਾ ਲਿਖਿਆ ਸੀ। ਉਸ ਤੋਂ ਬਾਅਦ ਹਾਸ਼ਮ ਸ਼ਾਹ ਦਾ ਸੱਸੀ ਪੁੰਨੂ, ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾ, ਫੈਜ਼ਲ ਸ਼ਾਹ ਦਾ ਸੋਨੀ ਮਹੀਵਾਲ। ਹੁਣ ਆਪਾਂ ਗੱਲ ਕਰਦੇ ਹਾਂ ਮਾਡਰਨ ਲਿਟਰੇਚਰ ਦੀ। ਮਾਡਰਨ ਲਿਟਰੇਚਰ ਦੇ ਸਭ ਤੋਂ ਜੋ ਆਪਣੇ ਮਸ਼ਹੂਰ ਹਨ ਅਤੇ ਜ਼ਿਆਦਾ ਕੁਐਸਚਨ ਇਹਨਾਂ ਦੇ ਰਿਲੇਟਡ ਹੀ ਆਉਂਦੇ ਹਨ, ਉਹ ਹਨ ਆਪਣੇ ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਸਾਹਿਤ ਦਾ ਪਿਤਾਮਾ ਵੀ ਕਹਿੰਦੇ ਹਨ। ਇਹਨਾਂ ਨੂੰ ਪੰਜਾਬੀ ਸਾਹਿਤ ਦਾ ਵਰਡਸਵਰਥ ਵੀ ਕਹਿੰਦੇ ਹਨ, ਕਿਉਂਕਿ ਇਹਨਾਂ ਨੇ ਨੇਚਰ ਪ੍ਰੇਮੀ ਹੋਣ ਕਰਕੇ ਇਹਨਾਂ ਦੀਆਂ ਕਈ ਰਚਨਾਵਾਂ ਹਨ, ਜਿਵੇਂ ਮਟਕ ਹੁਲਾਰੇ, ਤਰੇਲ ਤੁਪਕੇ ਆਦਿ ਕਰਕੇ ਇਹਨਾਂ ਨੂੰ ਪੰਜਾਬੀ ਸਾਹਿਤ ਦਾ ਵਰਡਸਵਰਥ ਕਹਿੰਦੇ ਹਨ। ਇਹਨਾਂ ਨੂੰ ਮੇਰੇ ਸਾਈਆਂ ਜੀ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਇਹਨਾਂ ਦੀ ਰਚਨਾਵਾਂ ਹਨ ਸੁੰਦਰੀ, ਸਤਵੰਤ ਕੌਰ, ਮਟਕ ਹੁਲਾਰੇ, ਤਰੇਲ ਤੁਪਕੇ, ਬਾਬਾ ਨੌਜ ਸਿੰਘ, ਰਾਣਾ ਸੂਰ ਸਿੰਘ। ਇਹ ਬਹੁਤ ਹੀ ਇੰਪੋਰਟੈਂਟ ਹਨ, ਇਹ ਵਾਰ ਕੁਐਸਚਨ ਪੇਪਰਾਂ 'ਚ ਰਿਪੀਟ ਹੋਏ ਹਨ। ਇਸ ਤੋਂ ਇਲਾਵਾ ਲੀਰਾਂ ਦੇ ਹਾਰ, ਬਿਜਲੀ ਦੇ ਹਾਰ, ਲੱਗੀਆਂ ਨਿਭਣ ਆਦਿ ਰਚਨਾਵਾਂ ਹਨ। ਇਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ। ਇਹਨਾਂ ਨੂੰ ਖੁੱਲ੍ਹੀ ਕਵਿਤਾ ਦੀ ਸ਼ੁਰੂਆਤ ਕੀਤੀ ਸੀ। ਕੰਪੋਜ਼ਡ ਵੋਲੀਅਮ ਆਫ ਪੰਜਾਬੀ ਪੋਇਟਰੀ। ਇਹਨਾਂ ਨੇ ਜੋ ਸਟੈਂਜਾ ਵਗੈਰਾ ਹੁੰਦਾ ਹੈ, ਉਹਨਾਂ ਨੂੰ ਵੱਖਰਾ ਕਰਕੇ ਇਹਨਾਂ ਨੇ ਖੁੱਲ੍ਹੀ ਕਵਿਤਾਵਾਂ ਦਾ ਨਿਰਮਾਣ ਕੀਤਾ। ਇਹਨਾਂ ਦੀਆਂ ਰਚਨਾਵਾਂ ਹਨ ਖੁੱਲ੍ਹੇ ਮੈਦਾਨ, ਖੁੱਲ੍ਹੇ ਅਸਮਾਨ, ਖੁੱਲ੍ਹੇ ਲੇਖ, ਪੂਰਨਾਜ ਜੋਗੀ। ਇਸ ਤੋਂ ਬਾਅਦ ਆਪਣੇ ਈਸ਼ਵਰ ਚੰਦ ਨੰਦਾ ਜੀ ਆਉਂਦੇ ਹਨ। ਇਹਨਾਂ ਨੂੰ ਪੰਜਾਬੀ ਨਾਟਕ ਅਤੇ ਇਕਾਂਗੀਆਂ ਦਾ ਪਿਤਾਮਾ ਕਿਹਾ ਜਾਂਦਾ ਹਨ। ਇਹਨਾਂ ਦੀ ਰਚਨਾਵਾਂ ਹਨ ਸੁਭੱਦਰਾ, ਬੇਬੇ ਰਾਮ ਭਜਨੀ, ਸ਼ਾਮੂ ਸ਼ਾਹ, ਬੇਈਮਾਨ ਆਦਿ ਰਚਨਾਵਾਂ ਹਨ। ਇਸ ਤੋਂ ਬਾਅਦ ਅਗਲੇ ਰਾਈਟਰ ਹਨ ਨਾਨਕ ਸਿੰਘ ਜੀ। ਨਾਨਕ ਸਿੰਘ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਇਹਨਾਂ ਨੂੰ। ਬਚਪਨ 'ਚ ਹੀ ਇਹਨਾਂ ਦਾ ਨਾਮ ਹੰਸਰਾਜ ਸੀ। ਇਹਨਾਂ ਦੀਆਂ ਰਚਨਾਵਾਂ ਬਹੁਤ ਇੰਪੋਰਟੈਂਟ ਹਨ। ਇਹਨਾਂ ਦੀ ਰਚਨਾਵਾਂ ਹਰ ਵਾਰ ਪੇਪਰਾਂ 'ਚ ਪੁੱਛੀਆਂ ਜਾਂਦੀਆਂ ਹਨ, ਜਿਵੇਂ ਚਿੱਟਾ ਲਹੂ, ਇੱਕ ਮਿਆਨ, ਦੋ ਤਲਵਾਰਾਂ, ਖੂਨੀ ਵਿਸਾਖੀ, ਅੱਗ ਦੀ ਖੇਡ, ਪਵਿੱਤਰ ਪਾਪੀ, ਗੰਗਾ ਜਲ 'ਚ ਸ਼ਰਾਬ ਆਦਿ। ਇਹਨਾਂ 'ਚੋਂ ਬਹੁਤ ਇੰਪੋਰਟੈਂਟ ਨੇ ਇਹ ਸਾਰੀਆਂ। ਜਿੰਨੇ ਵੀ ਇਹਨਾਂ ਦੀ ਕਿਤਾਬਾਂ ਹਨ, ਇਹਨਾਂ 'ਚ ਪੱਕਾ ਕੁਐਸਚਨ ਆਉਂਦਾ ਹੈ। ਉਸ ਤੋਂ ਬਾਅਦ ਅੱਗੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਹਨ, ਜਿਵੇਂ ਸਾਵੇਂ ਪੱਤਰ, ਆਵਾਜ਼ਾਂ, ਵੱਡਾ ਵੇਲਾ, ਕੱਚ ਸੱਚ ਆਦਿ।
ਇਸ ਤੋਂ ਬਾਅਦ ਬਹੁਤ ਹੀ ਮਸ਼ਹੂਰ ਅਤੇ ਨਾਮੀ ਆਪਣੇ ਰਾਈਟਰ ਹਨ ਗੁਰਦਿਆਲ ਸਿੰਘ ਜੀ। ਇਹ ਬਹੁਤ ਹੀ ਮਸ਼ਹੂਰ ਰਾਈਟਰ ਹਨ। ਇਹਨਾਂ ਨੂੰ 1191 ਵਿੱਚ ਗਿਆਨਪੀਠ ਅਵਾਰਡ ਮਿਲਿਆ ਸੀ। ਆਪਣੇ ਪੰਜਾਬੀ ਲਿਟਰੇਚਰ 'ਚ ਸਿਰਫ 2 ਹੀ ਕਵੀ ਹੋਏ ਹਨ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਹੈ। ਇੱਕ ਤਾਂ ਅੰਮ੍ਰਿਤਾ ਪ੍ਰੀਤਮ ਜੀ ਅਤੇ ਗੁਰਦਿਆਲ ਸਿੰਘ। ਇਹਨਾਂ ਦੀ ਰਚਨਾ ਮੜੀ ਦੀ ਦੀਵਾ ਲਈ ਗਿਆਨਪੀਠ ਅਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਇਹਨਾਂ ਦੀਆਂ ਹੋਰ ਵੀ ਰਚਨਾਵਾਂ ਹਨ ਜੋ ਪੇਪਰ 'ਚ ਪੁੱਛੀਆਂ ਜਾਂਦੀਆਂ ਹਨ, ਜਿਵੇਂ ਅੰਨੇ ਘੋੜੇ ਦਾ ਦਾਨ, ਅੱਧ ਚਾਨਣੀ ਰਾਤ, ਸੱਗੀ ਫੁੱਲ, ਬਗਾਨਾ ਪਿੰਡ, ਕੁੱਤਾ ਤੇ ਆਦਮੀ ਤੇ ਅਣਹੋਏ। ਉਸ ਤੋਂ ਬਾਅਦ ਆਪਣੇ ਬਲਰਾਜ ਸਾਹਨੀ ਜੀ ਆ ਜਾਂਦੇ ਹਨ। ਇਹਨਾਂ ਨੇ ਸਫ਼ਰਨਾਮੇ ਬਹੁਤ ਲਿਖੇ ਹਨ। ਇਹਨਾਂ ਨੂੰ ਸਫ਼ਰਨਾਮਿਆਂ ਨਾਲ ਰਿਲੇਟ ਕਰਕੇ ਯਾਦ ਕੀਤਾ ਜਾਂਦਾ ਹੈ। ਇਹਨਾਂ ਦੇ ਕੁਝ ਸਫ਼ਰਨਾਮੇ ਹਨ, ਜਿਵੇਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਮੇਰੀ ਫਿਲਮੀ ਆਤਮ ਕਥਾ, ਇੱਕ ਸਫ਼ਰ ਤੇ ਦਾਸਤਾਨ। ਇਹਨਾਂ 'ਚੋਂ ਵੀ ਕੁਐਸਚਨ ਕਾਫੀ ਵਾਰੀ ਪੁੱਛੇ ਗਏ ਹਨ। ਉਸ ਤੋਂ ਬਾਅਦ ਧਨੀ ਰਾਮ ਚਾਤ੍ਰਿਕ ਜੀ ਆ ਜਾਂਦੇ ਹਨ। ਉਹਨਾਂ ਦੀਆਂ ਇਹ 3 ਰਚਨਾਵਾਂ ਬਹੁਤ ਮਸ਼ਹੂਰ ਹਨ, ਨਵਾਂ ਜਹਾਂ, ਨੂਰ ਜਹਾਂ ਅਤੇ ਸੂਫੀਖਾਨਾ। ਇਸ ਤੋਂ ਬਾਅਦ ਆਪਣੇ ਅਗਲੇ ਕਵੀ ਹਨ ਭਾਈ ਕਾਹਨ ਜੀ। ਭਾਈ ਕਾਹਨ ਜੀ ਨੇ ਸਿੱਖ ਐਨਸਾਈਕਲੋਪੀਡੀਆ ਦਾ ਰਾਈਟਰ। ਇਹਨਾਂ ਨੇ ਸਿੱਖ ਐਨਸਾਈਕਲੋਪੀਡੀਆ ਲਿਖਿਆ ਹੈ। ਇਸ ਤੋਂ ਇਲਾਵਾ ਇਹਨਾਂ ਦੇ ਪੇਪਰ 'ਚ ਹਰ ਵਾਰ ਗੁਰੂ ਦਿਵਾਕਰ, ਗੁਰੂ ਸਵਾਕਰ ਅਤੇ ਗੁਰੂ ਪ੍ਰਭਾਕਰ ਆਦਿ ਰਚਨਾਵਾਂ ਪੁੱਛੀਆਂ ਗਈਆਂ ਹਨ। ਇਸ ਤੋਂ ਇਲਾਵਾ ਇਹਨਾਂ ਦੀਆਂ ਜੋ ਪ੍ਰਮੁੱਖ ਰਚਨਾਵਾਂ ਹਨ ਜੋ ਕਿ ਬਹੁਤ ਹੀ ਮਸ਼ਹੂਰ ਹਨ, ਜੋ ਪੇਪਰਾਂ 'ਚ ਵੀ ਆਈਆਂ ਹੋਈਆਂ ਹਨ, ਜਿਵੇਂ ਰਾਜ ਧਰਮ, ਹਮ ਹਿੰਦੂ ਨਾਹੀਂ, ਵਿਸ਼ਨੂੰ ਪੁਰਾਣ, ਸਾਧੂ, ਚੰਡੀ ਦੀਵਾਰ, ਇਹ ਆਦਿ ਰਚਨਾਵਾਂ ਹਨ। ਉਸ ਤੋਂ ਬਾਅਦ ਆਪਣੇ ਬਲਵੰਤ ਗਾਰਗੀ ਆ ਜਾਂਦੇ ਹਨ। ਬਲਵੰਤ ਗਾਰਗੀ ਦੀ ਦੂਰਦਰਸ਼ਨ ਜਲੰਧਰ ਨੂੰ ਰਿਵਾਈਵ ਕਰਨ 'ਚ ਬਹੁਤ ਹੀ ਵੱਡਾ ਯੋਗਦਾਨ ਹੈ। ਇਹਨਾਂ ਨੇ ਆਪਣਾ ਸਾਂਝਾ ਚੁੱਲ੍ਹਾ ਨਾਟਕ ਦੇ ਕੇ ਦੂਰਦਰਸ਼ਨ ਨੂੰ ਫਿਰ ਤੋਂ ਮੁੜ ਪ੍ਰਚਲਿਤ ਕੀਤਾ ਸੀ। ਇਸ ਤੋਂ ਇਲਾਵਾ ਇਹਨਾਂ ਦੀਆਂ ਰਚਨਾਵਾਂ ਬਹੁਤ ਹੀ ਮਸ਼ਹੂਰ ਹਨ, ਜੋ ਕਿ ਜਿਨ੍ਹਾਂ ਦੇ ਉੱਪਰ ਮੈਨੇ ਸਟਾਰ ਦਾ ਨਿਸ਼ਾਨ ਲਾਇਆ ਹੋਇਆ ਹੈ, ਉਹ ਇਹਨਾਂ ਦੀਆਂ ਰਚਨਾਵਾਂ ਬਹੁਤ ਮਸ਼ਹੂਰ ਹਨ, ਜਿਵੇਂ ਰਜ਼ੀਆ ਸੁਲਤਾਨ, ਮਿਰਜ਼ਾ ਸਾਹਿਬਾ, ਕਣਕ ਦੀ ਵੱਲੀ, ਧੂਣੀ ਦੀ ਅੱਗ, ਮਿਰਚਾ ਦਾ ਸਾਧ। ਇਸ ਤੋਂ ਇਲਾਵਾ ਇਹਨਾਂ ਦੀ ਆਟੋਗ੍ਰਾਫੀ ਕਈ ਵਾਰ ਪੁੱਛੀ ਗਈ ਹੈ, ਜਿਸ ਦਾ ਨਾਮ ਹੈ ਦਾ ਨੈਕਡ ਟ੍ਰਾਇੰਗਲ। ਉਸ ਤੋਂ ਬਾਅਦ ਕਰਤਾਰ ਦੁੱਗਲ ਜੀ ਆ ਜਾਂਦੇ ਹਨ। ਇਹਨਾਂ ਦੀ ਰਚਨਾਵਾਂ ਹਨ ਇੱਕ ਛਿੱਟ ਚਾਨਣ ਦੀ, ਤਰਕਾਲਾਂ ਵੇਲੇ, ਮਿੱਟੀ ਮੁਸਲਮਾਨ ਦੀ, ਬੰਦ ਦਰਵਾਜ਼ੇ ਹਨ। ਇਸ ਤੋਂ ਬਾਅਦ ਆਪਣੇ ਬਹੁਤ ਹੀ ਮਸ਼ਹੂਰ ਅਤੇ ਨਾਮੀ ਰਾਈਟਰ ਅੰਮ੍ਰਿਤਾ ਪ੍ਰੀਤਮ ਜੀ ਹਨ, ਜਿਨ੍ਹਾਂ ਨੂੰ ਪੰਜਾਬ ਦੀ ਆਵਾਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਜੀ ਬਹੁਤ ਹੀ ਪ੍ਰਸਿੱਧ ਲੇਖਿਕਾ ਸੀ। ਇਹਨਾਂ ਨੂੰ 1981 'ਚ ਕਾਗਜ਼ ਅਤੇ ਕੈਨਵਸ ਲਈ ਗਿਆਨਪੀਠ ਅਵਾਰਡ ਮਿਲਿਆ ਸੀ। ਇਹ ਪਹਿਲੀ ਮਹਿਲਾ ਸਨ ਜਿਨ੍ਹਾਂ ਨੂੰ ਆਪਣੇ ਪੰਜਾਬ 'ਚ ਗਿਆਨਪੀਠ ਅਵਾਰਡ ਮਿਲਿਆ ਸੀ। ਇਹਨਾਂ ਦੀ ਰਚਨਾਵਾਂ ਹਨ ਪਿੰਜਰ, ਸਾਗਰ, ਸਿੱਪੀਆਂ, ਰੰਗ ਦਾ ਪੱਤਾ, ਦਿੱਲੀ ਦੀਆਂ ਗਲੀਆਂ, ਰਸੀਦੀ ਟਿਕਟ, ਕੋਰਾ ਕਾਗਜ਼। ਇਸ ਤੋਂ ਇਲਾਵਾ ਇਹਨਾਂ ਦੇ ਕੁਝ ਹੋਰ ਰਚਨਾਵਾਂ ਕਵਿਤਾਵਾਂ ਹਨ, ਲੋਕ ਪੀੜਾ, ਸੁਨੇਹੇ, ਕਸਤੂਰੀ, ਅਜਾਕਾ, ਵਾਰਿਸ਼ਾਂ ਨੂੰ ਬਹੁਤ ਹੀ ਮਸ਼ਹੂਰ ਹਨ, ਜੋ ਪੇਪਰਾਂ 'ਚ ਕਈ ਵਾਰ ਪੁੱਛੇ ਗਏ ਹਨ। ਇਸ ਤੋਂ ਬਾਅਦ ਦਲੀਪ ਕੌਰ ਟਿਵਾਣਾ ਜੀ। ਦਲੀਪ ਕੌਰ ਟਿਵਾਣਾ ਨੂੰ ਇਹ ਹਮਾਰਾ ਜੀਵਨ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਹਨਾਂ ਤੋਂ ਇਲਾਵਾ ਇਹਨਾਂ ਦੀਆਂ ਹੋਰ ਵੀ ਕਈ ਰਚਨਾਵਾਂ ਮਸ਼ਹੂਰ ਹਨ, ਜੋ ਪੇਪਰਾਂ 'ਚ ਪੁੱਛੀਆਂ ਗਈਆਂ ਹਨ। ਇਹਨਾਂ ਦੀਆਂ ਰਚਨਾਵਾਂ ਹਨ ਅਗਨੀ ਪ੍ਰੀਖਿਆ, ਸੂਰਜ ਤੇ ਸਮੁੰਦਰ, ਲੰਬੀ ਉਡਾਰੀ, ਲੰਘ ਗਿਆ ਦਰਿਆ, ਕਥਾ ਕਹੂੰ ਉਰਵਸ਼ੀ, ਪੁੱਛੋ ਤਾਂ ਸੁਣੋ। ਇਹਨਾਂ ਦੀ ਆਟੋਗ੍ਰਾਫੀ ਹੈ ਨੰਗੇ ਪੈਰਾਂ ਦਾ ਸਫ਼ਰ। ਉਸ ਤੋਂ ਬਾਅਦ ਆਪਣੇ ਅਗਲੇ ਕਵੀ ਹਨ ਸੁਰਜੀਤ ਪਾਤਰ ਜੀ, ਜੋ ਕਿ ਬਹੁਤ ਹੀ ਮਸ਼ਹੂਰ ਰਾਈਟਰ ਹਨ। ਇਹਨਾਂ ਨੂੰ ਲਖਤਾਂ ਦੀ ਦਰਗਾਹ ਲਈ ਸਰਸਵਤੀ ਸਨਮਾਨ ਮਿਲਿਆ ਸੀ। ਸਰਸਵਤੀ ਸਨਮਾਨ ਸਿਰਫ ਤਿੰਨ ਰਾਈਟਰਾਂ ਨੂੰ ਹੀ ਮਿਲਿਆ ਹੈ, ਜਿਨ੍ਹਾਂ 'ਚੋਂ ਆਪਣੇ ਸੁਰਜੀਤ ਪਾਤਰ ਜੀ ਇੱਕ ਹਨ। ਇਸ ਤੋਂ ਇਲਾਵਾ ਹਰਭਜਨ ਸਿੰਘ ਅਤੇ ਆਪਣੀ ਦਲੀਪ ਕੌਰ ਟਿਵਾਣਾ ਜੀ ਹੋਏ ਹਨ। ਇਹਨਾਂ ਦੀਆਂ ਰਚਨਾਵਾਂ ਹਨ ਹਨੇਰੇ 'ਚ ਸੁਲਗਦੀ ਵਰਮਾਲਾ। ਇਸ ਤੋਂ ਇਲਾਵਾ ਹਵਾ 'ਚ ਲਿਖੇ ਹਰਫ ਤੇ ਸੂਰਜਮਈ। ਇਸ ਤੋਂ ਇਲਾਵਾ ਅਗਲੇ ਆਪਣੇ ਕਵੀ ਹਨ ਸ਼ਿਵ ਕੁਮਾਰ ਬਟਾਲਵੀ ਜੀ। ਇਹਨਾਂ ਨੂੰ ਯੰਗੈਸਟ ਸਾਹਿਤ ਅਕਾਦਮੀ ਅਵਾਰਡ ਜਿੱਤਣ ਵਾਲੇ ਕਵੀਆਂ 'ਚ ਇਹਨਾਂ ਦਾ ਨਾਮ ਹੈ। ਇਹਨਾਂ ਨੂੰ ਪੰਜਾਬੀ ਭਾਸ਼ਾ ਦਾ ਜੌਨ ਕੀਟ ਵੀ ਕਹਿੰਦੇ ਹਨ।
ਇਹਨਾਂ ਨੂੰ ਜੌਨ ਕੀਟ ਇਸ ਲਈ ਕਹਿੰਦੇ ਹਨ ਕਿਉਂਕਿ ਇਹਨਾਂ ਨੇ ਜ਼ਿਆਦਾ ਪੀੜਾ ਅਤੇ ਦਰਦ ਭਰੇ ਜੋ ਰਚਨਾਵਾਂ ਲਿਖੀਆਂ ਹਨ। ਇਹਨਾਂ ਨੂੰ ਲੂਣਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਇਹਨਾਂ ਦੀਆਂ ਹੋਰ ਮਸ਼ਹੂਰ ਰਚਨਾਵਾਂ ਹਨ ਜੋ ਪੇਪਰਾਂ 'ਚ ਪੁੱਛੀਆਂ ਜਾ ਸਕਦੀਆਂ ਹਨ ਅਤੇ ਮਸ਼ਹੂਰ ਵੀ ਹਨ, ਜਿਵੇਂ ਪੀੜਾ ਦਾ ਪਰਾਗਾ, ਮੈਨੂੰ ਵਿਦਾ ਕਰੋ, ਆਰਤੀ, ਮੈਂ ਤੇ ਮੈਂ, ਦਰਦਮੰਦਾਂ ਦੀਆਂ ਅੱਖੀਆਂ। ਇਸ ਤੋਂ ਇਲਾਵਾ ਕੁਝ ਹੋਰ ਰਾਈਟਰ ਹਨ ਜਿਵੇਂ ਹਰਭਜਨ ਸਿੰਘ, ਰੁੱਖ ਤੇ ਰਿਸ਼ੀ, ਇਹਨਾਂ ਨੂੰ ਸਰਸਵਤੀ ਸਨਮਾਨ ਮਿਲਿਆ ਸੀ। ਉਸ ਤੋਂ ਇਲਾਵਾ ਗੁਰਬਖਸ਼ ਸਿੰਘ ਜੀ, ਮੇਰੀਆਂ ਭੁੱਲ ਯਾਦਾਂ ਤੇ ਖੁੱਲ੍ਹਾ ਦਰ। ਉਸ ਤੋਂ ਅੱਗੇ ਆਪਣਾ ਆ ਜਾਂਦਾ ਹੈ ਗਿਆਨਪੀਠ ਅਵਾਰਡ। ਗਿਆਨਪੀਠ ਅਵਾਰਡ ਇਹ ਪੁਰਸਕਾਰ 1961 'ਚ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲਾਂ ਇਹ 1965 'ਚ ਦਿੱਤਾ ਗਿਆ ਸੀ ਜੀ ਸ਼ੰਕਰ ਕੁਰੂ, ਜੋ ਕਿ ਮਲਿਆਲਮ ਕੇਰਲਾ ਰਾਈਟਰ ਸੀ। ਇਹ ਅਵਾਰਡ ਸ਼ਾਹੂ ਫੈਮਿਲੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਇਹ ਸਿਰਫ 2 ਆਪਣੇ ਪੰਜਾਬੀ ਰਾਈਟਰਾਂ ਨੂੰ ਮਿਲਿਆ ਹੈ, ਜਿਸ 'ਚ ਅਮ੍ਰਿਤਾ ਪ੍ਰੀਤਮ ਅਤੇ ਸ਼੍ਰੀ ਗੁਰਦਿਆਲ ਸਿੰਘ ਜੀ ਹਨ। ਉਸ ਤੋਂ ਬਾਅਦ ਆਪਣਾ ਸਰਸਵਤੀ ਸਨਮਾਨ ਇਹ ਕੇ ਬਿਰਲਾ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਹੈ। 1991 'ਚ ਇਹ ਸ਼ੁਰੂ ਹੋਇਆ ਸੀ। ਹੁਣ ਤੱਕ ਇਹ 3 ਪੰਜਾਬੀਆਂ ਨੂੰ ਮਿਲਿਆ ਹੈ, ਹਰਭਜਨ ਸਿੰਘ, ਦਲੀਪ ਕੌਰ ਟਿਵਾਣਾ ਅਤੇ ਸੁਰਜੀਤ ਪਾਤਰ ਜੀ। ਉਸ ਤੋਂ ਬਾਅਦ ਸਾਹਿਤ ਅਕਾਦਮੀ ਪੁਰਸਕਾਰ ਇਹ 1955 'ਚ ਸ਼ੁਰੂ ਹੋਇਆ ਸੀ। ਇਹ ਇੰਡੀਅਨ ਨੈਸ਼ਨਲ ਇੰਸਟੀਚਿਊਟ ਵੱਲੋਂ ਦਿੱਤਾ ਜਾਂਦਾ ਹੈ। ਹੁਣ ਤੱਕ ਲਗਭਗ ਇਹ 50+ ਕਵੀਆਂ ਨੂੰ ਇਹ ਪੁਰਸਕਾਰ ਮਿਲ ਚੁੱਕਿਆ ਹੈ। ਤਾਂ ਦੋਸਤੋ, ਇਹ ਸੀ ਆਪਣੀ ਵੀਡੀਓ। ਮੈਨੂੰ ਆਸ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ। ਜੇ ਤੁਹਾਨੂੰ ਵਧੀਆ ਲੱਗੀ ਹੈ ਤਾਂ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।